ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਮਸਲਿਆਂ ਤੇ ਜਿਨ੍ਹਾਂ ਖਬਰਾਂ ਤੇ ਗੱਲਬਾਤ ਕਰਾਂਗੇ ਉਹਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ ਹੈ। ਉਸ ਤੋਂ ਬਾਅਦ ਦਿੱਲੀ ਨੂੰ ਨਵੇਂ ਕਮਿਸ਼ਨਰ ਮਿਲੇ ਨੇ, ਪੁਲਿਸ ਕਮਿਸ਼ਨਰ ਮਿਲੇ ਨੇ। ਇਹਨਾਂ ਖਬਰਾਂ ਤੇ ਸਾਰੀਆਂ ਤੇ ਚਰਚਾ ਕਰਦੇ ਹਾਂ ਕਿਉਂਕਿ ਬਹੁਤ ਸਾਰੀਆਂ ਖਬਰਾਂ ਨੇ। ਪੰਨੂ ਸਾਹਿਬ ਆਪਣੇ ਤਰੀਕੇ ਨਾਲ ਚਰਚਾ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ ਹੈ। ਹਾਈ ਕਮਾਂਡ ਨੇ ਕੁਝ ਏਜੰਡੇ ਦਿੱਤੇ ਸੀ ਤੇ ਉਹਨਾਂ ਵਿੱਚੋਂ 5 ਦੇ ਉੱਪਰ ਨੁਕਤੇ ਸਾਂਝੇ ਕੀਤੇ ਆ। ਵੈਸੇ ਜਿਸ ਦਿਨ ਪ੍ਰਧਾਨਗੀ ਮਿਲੀ ਸੀ ਉਸ ਦਿਨ ਤਾਂ ਬਹੁਤਾ ਬੋਲਚਾਲ ਨਹੀਂ ਦੇਖਣ ਨੂੰ ਮਿਲੀ ਸੀ। ਇਹ ਮੁਲਾਕਾਤ ਨੂੰ ਕਿਵੇਂ ਦੇਖਦੇ ਆ? ਨਵਜੀਤ ਜੀ, ਜਿਸ ਤਰ੍ਹਾਂ ਮੁਲਾਕਾਤ ਕੀਤੀ ਗਈ, ਜਿਸ ਤਰ੍ਹਾਂ ਮੈਮੋਰੈਂਡਮ ਦਿੱਤਾ ਗਿਆ, ਉਹ ਦੱਸਦਾ ਹੈ ਕਿ ਅੰਦਰ ਅਜੇ ਤੱਕ ਜਿਹੜਾ ਪਾਟਕ ਹੈ ਉਹ ਕਾਇਮ ਹੈ ਜੀ। ਫਾਸਲਾ ਬਹੁਤ ਹੈ। ਨਹੀਂ ਤੇ ਕਾਂਗਰਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਨ ਦੇ ਉੱਤੇ ਵੀ ਕੁਝ ਗੱਲਾਂ ਕਹਿ ਸਕਦਾ ਸੀ, ਜ਼ਬਾਨੀ ਵੀ ਮਿਲ ਕੇ ਕਹਿ ਸਕਦਾ ਸੀ ਜੀ। ਇਹ ਸਾਰੀਆਂ ਗੱਲਾਂ ਲਿਖਤੀ ਤੌਰ ਤੇ ਕਹਿਣ ਦਾ ਮਤਲਬ ਇਹ ਆ ਕਿ ਕੰਮ ਹੋਵੇ ਜਾਂ ਨਾ ਹੋਵੇ, ਇਹ ਰਿਕਾਰਡ ਤੇ ਚੜ੍ਹ ਜੇ ਕਿ ਮੈਂ ਤੇ ਆਹ ਗੱਲ ਆਖੀ ਸੀ ਕਿ ਨਹੀਂ ਜੀ। ਇਹਦੇ ਵਿੱਚੋਂ ਜਿਹੜੀ ਰਿਕਾਰਡ ਤੇ ਚੜ੍ਹਨ ਵਾਲੀ ਗੱਲ ਆ ਉਹਨੂੰ ਤੁਸੀਂ ਧਿਆਨ ਨਾਲ ਨੋਟ ਕਰੋ। ਇੱਕ ਨੁਕਤਾ ਤੇ ਆਖਿਆ ਕਿ ਪੰਜਾਬ ਦੀ ਰੂਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜੀ। ਬੇਅਦਬੀ ਦੇ ਦੋਸ਼ੀਆਂ ਨੂੰ ਉਹਦੇ ਤੋਂ ਬਾਅਦ ਗੋਲੀ ਚੱਲੀ ਜਿਹੜੀ ਕੋਟਕਪੂਰਾ ਦੇ ਬਾਈਬਲ ਕਲਾਂ, ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਈਆਂ ਜਾਣ। ਇਹ ਗੱਲ ਤਾਂ ਉਸ ਦਿਨ ਭਾਸ਼ਣ 'ਚ ਵੀ ਕਹਿ ਦਿੱਤੀ ਸੀ, ਲਿਖਤੀ ਤੌਰ ਤੇ ਕਹਿਣ ਦੀ ਕੀ ਲੋੜ ਸੀ, ਰਿਕਾਰਡ ਤੇ ਚੜ੍ਹੀ ਗਈ ਜੀ। ਦੂਜਾ, ਕਿਸਾਨਾਂ ਦੇ ਮੁੱਦੇ ਤੇ ਇਹ ਆਖਿਆ ਕਿ ਤੁਸੀਂ ਇਹਨਾਂ ਕਾਨੂੰਨਾਂ ਦੀਆਂ ਕੁਝ ਧਾਰਾਵਾਂ ਰੱਦ ਕਰਦੇ ਪਏ ਹੋ। ਉੱਕੇ ਪੁੱਕੇ ਤੌਰ ਤੇ ਵਿਧਾਨ ਸਭਾ ਸੱਦ ਕੇ ਤੇ ਇਹ ਸਾਰੇ ਕਾਨੂੰਨਾਂ ਬਾਰੇ ਫੈਸਲਾ ਕਰ ਦਿਓ ਕਿ ਪੰਜਾਬ 'ਚ ਲਾਗੂ ਨਹੀਂ ਹੋਣਗੇ, ਤੇ ਫੈਸਲਾ ਉੱਦਾਂ ਕਰੋ ਜਿੱਦਾਂ ਤੁਸੀਂ ਮੁੱਖ ਮੰਤਰੀ ਸੀ ਤੇ 2004 ਦੇ ਵਿੱਚ SYL ਨਹਿਰ, ਸਤਲੁਜ ਜਮਨਾ ਲਿੰਕ ਨਹਿਰ ਦੇ ਸਵਾਲ ਦੇ ਉੱਤੇ ਪੁਰਾਣੇ ਸਮਝੌਤੇ ਤੋੜਨ ਦਾ ਫੈਸਲਾ ਕੀਤਾ ਸੀ ਜੀ। ਉੱਦਾਂ ਦਾ ਫੈਸਲਾ ਲਓ। ਤੇ ਇਹ ਵੀ ਯਕੀਨ ਦਿਵਾਤਾ ਕਿ ਪੰਜਾਬ ਦੇ ਸਾਰੇ ਵਿਧਾਇਕ ਇਸ ਗੱਲ ਲਈ ਸਹਿਮਤ ਹੈਗੇ ਕਿ ਨਹੀਂ ਹੈਗੇ। ਵਿਧਾਇਕ ਪਾਰਟੀ ਦਾ ਲੀਡਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ ਤੇ ਵਿਧਾਇਕਾਂ ਸਮੇਤ ਸਮੁੱਚੀ ਪਾਰਟੀ ਦਾ ਲੀਡਰ ਨਵਜੋਤ ਸਿੰਘ ਹੈ ਜੀ। ਵਿਧਾਇਕਾਂ ਦੇ ਮਨ ਵਿੱਚ ਕੀ ਹੈ, ਇਹ ਤੇ ਵਿਧਾਇਕ ਪਾਰਟੀ ਦੇ ਲੀਡਰ ਨੂੰ, ਮੁੱਖ ਮੰਤਰੀ ਨੂੰ ਉੱਦਾਂ ਪਤਾ ਹੋਣਾ ਚਾਹੀਦਾ। ਇਹ ਵੀ ਰਿਕਾਰਡ ਤੇ ਚਾੜ ਦਿੱਤਾ ਗਿਆ। ਮੁਲਾਜ਼ਮਾਂ ਬਾਰੇ ਆਖਿਆ ਕਿ 20 ਜਥੇਬੰਦੀਆਂ ਇਸ ਤਰ੍ਹਾਂ ਮੁਜ਼ਾਹਰੇ ਕਰਦੀਆਂ ਪਈਆਂ, ਇਹ ਗੱਲ ਨਿਬੇੜੋ। ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਕਿ ਤੁਸੀਂ ਵਾਅਦਾ ਕੀਤਾ ਸੀ 2017 ਦੀਆਂ ਚੋਣਾਂ 'ਚ ਕਿ ਮੈਂ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਊਂਗਾ ਜੀ। ਉਹਦੇ ਮੁਤਾਬਕ ਜਿਹੜੀ ਉਦੋਂ ਦੀ ਫਾਈਲ ਪਈ ਆ ਬੰਦ, STF ਦੀ ਰਿਪੋਰਟ ਹੈ, ਉਹਦੇ ਵਿੱਚ ਜਿਹੜਾ ਵੱਡਾ ਮਗਰਮੱਛ ਹੈ ਉਹਨੂੰ ਹੱਥ ਪਾਓ। ਇਹ ਕਹਿਣਾ ਲਿਖਤੀ ਤੌਰ ਤੇ ਕਿ ਵਾਅਦਾ ਤੁਸੀਂ ਕੀਤਾ ਸੀ ਤੇ ਅਮਲ ਕਰੋ। ਇੱਦਾਂ ਦੀ ਗੱਲ ਵਿਰੋਧੀ ਪਾਰਟੀਆਂ ਤੇ ਕਹਿੰਦੀਆਂ ਕਿ ਤੁਸੀਂ ਵਾਅਦਾ ਕੀਤਾ ਸੀ, ਅਸੀਂ ਉੱਤੇ ਅਮਲ ਮੰਗਦੇ ਹਾਂ ਜੀ। ਇਹ ਗੱਲ ਨਵਜੋਤ ਸਿੰਘ ਸਿੱਧੂ ਵੱਲੋਂ ਲਿਖਤੀ ਤੌਰ ਤੇ ਕਹੀ ਜਾਣਾ, ਇਹ ਦੱਸਦਾ ਕਿ ਸਾਰਾ ਕੁਝ ਰਿਕਾਰਡ ਤੇ ਚਾੜ ਦਿੱਤਾ ਕਿ ਮੈਂ ਕਹਿਤਾ, ਹੁਣ ਵੇਖੋ ਇਹ ਅਮਲ ਕਰਦਾ ਕਿ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਕਿਸਮ ਦਾ ਇਹਦਾ ਪਾਬੰਦ ਕਰਨ ਦਾ ਯਤਨ ਕੀਤਾ ਗਿਆ ਕਿ ਤੁਹਾਨੂੰ ਅਸੀਂ ਭੱਜਣ ਨਹੀਂ ਦੇਣਾ, ਤੁਹਾਨੂੰ ਇਹ ਕੰਮ ਕਰਨਾ ਪੈਣਾ। ਉਹ ਵੱਡਾ ਮਗਰਮੱਛ ਕਿਹੜਾ, ਨਸ਼ੀਲੇ ਪਦਾਰਥਾਂ ਦੇ ਧੰਦੇ ਦਾ, ਸਾਰਿਆਂ ਨੂੰ ਪਤਾ। ਐਨਫੋਰਸਮੈਂਟ ਦੀਆਂ ਫਾਈਲਾਂ ਵਿੱਚ ਵੀ ਹੈ, ਹਾਈ ਕੋਰਟ ਦੀਆਂ ਫਾਈਲਾਂ ਵੀ ਉੱਥੇ ਪਈਆਂ ਨੇ, ਟਾਸਕ ਫੋਰਸ ਦੀਆਂ ਫਾਈਲਾਂ ਪੰਜਾਬ ਸਰਕਾਰ ਕੋਲ ਵੀ ਪਈਆਂ ਨੇ ਜੀ। ਇਹਦੇ ਬਾਰੇ ਲਿਖਤੀ ਤੌਰ ਤੇ ਕਹਿਣਾ, ਤੇ ਅਸਰ ਉਹਦਾ ਕੀ ਹੋਇਆ? ਇਹ ਮਿਲ ਕੇ ਆਏ 5 ਜਣੇ। ਉਸ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਨੇ ਇੱਕ ਬਿਆਨ ਜਾਰੀ ਕਰ ਦਿੱਤਾ ਕਿ ਮੁੱਖ ਮੰਤਰੀ ਜੀ ਕਹਿੰਦੇ ਜਿਹੜੀਆਂ ਮੰਗਾਂ 18 ਨਿਕਾਤੀ ਪ੍ਰੋਗਰਾਮ ਦੇ ਨਾਂ ਦੇ ਉੱਤੇ ਸਾਡੇ ਪ੍ਰਧਾਨ ਜੀ ਤੇ ਉਹਨਾਂ ਦੇ ਸਾਥੀ 4 ਦੇ ਕੇ ਗਏ ਨੇ, ਮੇਰੀ ਸਰਕਾਰ ਉਹਨਾਂ ਦੇ ਉੱਤੇ ਪਹਿਲਾਂ ਹੀ ਕੰਮ ਕਰਦੀ ਪਈ ਹੈ। ਇਹਦਾ ਮਤਲਬ ਕੀ ਹੈ? ਲਿਖ ਦੇਣਾ ਦੇ ਜੋ, ਕੰਮ ਤਾਂ ਅਸੀਂ ਅੱਗੇ ਕਰਦੇ ਪਏ ਹਾਂ, ਇਹ ਜਿੱਦਾਂ ਚੱਲਦਾ ਪਿਆ। ਉਹਨਾਂ ਕਹਿ ਕੇ ਸਾਰ ਲਿਆ, ਇਹਨਾਂ ਇਹ ਜਵਾਬ ਦੇ ਕੇ ਸਾਰ ਲਿਆ ਕਿ ਅਸੀਂ ਤੇ ਅੱਗੇ ਕੰਮ ਕਰਦੇ ਪਏ। ਜੇ ਅੱਗੇ ਕਰਦੇ ਪਏ ਹਾਂ ਤੇ ਫਿਰ ਲਿਖਣ ਦੀ ਕੀ ਲੋੜ ਸੀ?
ਇਹਦੇ ਤੋਂ ਲੱਗਦਾ ਇਹ ਹੈ ਕਿ ਅਮਲ ਦੇ ਵਿੱਚ ਇਹਨਾਂ ਦੋਵਾਂ ਧਿਰਾਂ ਦੀ ਆਪਸ ਵਿੱਚ ਤੈਅ ਅਜੇ ਬੈਠੀ ਨਹੀਂ, ਬਹਿਣੀ ਵੀ ਨਹੀਂ। ਪਬਲਿਕ ਦੇ ਸਾਹਮਣੇ ਵੀ ਨੰਬਰ ਬਣਾਉਣ ਦਾ ਦੋਵਾਂ ਧਿਰਾਂ ਦਾ ਆਪੋ ਆਪਣਾ ਸਵਾਲ ਹੈ, ਤੇ ਦਿੱਲੀ 'ਚ ਬੈਠੀ ਜਿਹੜੀ ਪਾਰਟੀ ਪ੍ਰਧਾਨ ਉਹਦੇ ਕੋਲ ਵੀ। ਨਤੀਜਾ ਕੀ ਨਿਕਲੇਗਾ? ਅੱਜ 6 ਮਹੀਨਿਆਂ ਬਾਅਦ ਤੁਸੀਂ ਵੇਖ ਲਓ, ਮੀਆਂ ਬੀਵੀ ਲੜ ਪਏ ਸੀ। ਬੰਦੇ ਨੇ ਰਾਤ ਨੂੰ ਇਹ ਸੀ ਕਿ ਮੈਂ ਇਹਨੂੰ ਬੁਲਾਉਣਾ ਨਹੀਂ, ਚਿੱਟ ਲਿਖ ਕੇ ਉਹਦੇ ਸਿਰਹਾਣੇ ਰੱਖ ਦਿੱਤੀ। ਸਵੇਰੇ 4 ਵਜੇ ਉਠਾ ਦੀ, ਮੈਂ ਜਾਣਾ। ਜਦੋਂ 5 ਵਜੇ ਉੱਠਿਆ ਤੇ ਉੱਠ ਕੇ ਰੌਲਾ ਪਾਇਆ, ਤੂੰ ਮੈਨੂੰ ਉਠਾਇਆ ਨਹੀਂ, ਮੈਂ ਜਾਣਾ ਸੀ। ਉਹ ਕਹਿੰਦੀ ਜਿੱਦਾਂ ਤੂੰ ਚਿੱਟ ਲਿਖੀ ਸੀ ਉੱਦਾਂ ਮੈਂ ਤੇਰੇ ਸਿਰਹਾਣੇ ਲਿਖ ਕੇ ਰੱਖ ਆਈ ਹਾਂ, 4 ਵਜੇ ਉੱਠ ਜਾ। ਜੇ ਚਿੱਟ ਨਹੀਂ ਬੋਲੀ ਤੇ ਮੈਂ ਕੀ ਕਰਾਂ? ਜੀ, ਉਹਨੇ ਵੀ ਲਿਖ ਕੇ ਸਾਰ ਲਿਆ, ਉਹਨੇ ਵੀ ਲਿਖ ਕੇ ਸਾਰ ਲਿਆ, ਪਰ ਮੁੱਦਾ ਜਿਉਂ ਦਾ ਤਿਉਂ ਆ। ਇਹਦੇ ਉੱਤੇ ਕੁਝ ਹੋ ਜਾਵੇਗਾ। ਇਹ ਜਦੋਂ ਹੋਵੇਗਾ ਉਦੋਂ ਅਸੀਂ ਵੇਖ ਲਾਂਗੇ। ਹਾਲ ਦੀ ਘੜੀ ਤਾਂ ਇਦਾਂ ਜਾਪਦਾ ਕਿ ਦੋਵੇਂ ਇੱਕ ਦੂਸਰੇ ਦੇ ਸਿਰਹਾਣੇ ਚਿੱਟਾਂ ਲਿਖਦੇ ਪਏ ਆ। ਇਹਨਾਂ ਚਿੱਟਾਂ ਤੋਂ ਅੱਗੇ ਗੱਲ ਵਧਣੀ ਕਿ ਨਹੀਂ ਵਧਣੀ, ਇਹਦੇ ਵਿੱਚ ਸ਼ਾਇਦ ਇੱਕ ਵਾਰੀ ਫਿਰ ਕਾਂਗਰਸ ਦੀ ਹਾਈ ਕਮਾਂਡ ਨੂੰ ਦਖਲ ਦੇਣਾ ਪਊਗਾ। ਪੰਨ ਸਾਹਿਬ, ਇਹ ਤਾਂ ਚਲੋ ਪੰਜਾਬ ਦੀ ਰਾਜਨੀਤੀ ਦੀ ਗੱਲ ਹੋ ਗਈ ਹੈ। ਦਿੱਲੀ ਵਿੱਚ ਨਵੇਂ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਕੀਤੀ ਗਈ ਹੈ, ਇਹਦਾ ਕੀ ਕਾਰਨ ਹੋ ਗਿਆ? ਬੜਾ ਭਾਗਾਂ ਭਰਿਆ ਦਿਨ ਆ ਦਿੱਲੀ ਵਾਲਿਆਂ ਵਾਸਤੇ ਜੀ। ਉਹ ਪੁਲਿਸ ਕਮਿਸ਼ਨਰ ਲਾਤਾ ਗਿਆ ਜਿਹਨੇ ਪਰਸੋਂ ਰਿਟਾਇਰ ਹੋਣਾ ਸੀ, 31 ਤਰੀਕ ਨੂੰ ਰਿਟਾਇਰ ਹੋ ਰਿਹਾ। ਔਰ ਪਹਿਲਾਂ ਸੁਪਰੀਮ ਕੋਰਟ ਇੱਕ ਵਾਰੀ ਕਹਿ ਚੁੱਕੀ ਹੈ ਕਿ ਜਿਨ੍ਹਾਂ ਦੀ ਇੰਨੀ ਮਿਆਦ ਰਹਿੰਦੀ ਹੋਵੇ ਸਰਵਿਸ ਦੀ, ਇੰਨੇ ਤੋਂ ਘੱਟ ਹੋਵੇ, ਉਹਨਾਂ ਨੂੰ ਕਿਸੇ ਪੁਲਿਸ ਫੋਰਸ ਦਾ ਮੁਖੀ ਨਹੀਂ ਬਣਾਇਆ ਜਾ ਸਕਦਾ। ਇਹਦੀਆਂ ਤੇ ਮਿਆਦਾਂ ਛੱਡ ਦਿਓ, ਸਾਲ ਛੱਡ ਦਿਓ, ਮਹੀਨੇ ਛੱਡ ਦਿਓ, ਹਫ਼ਤੇ ਛੱਡ ਦਿਓ, ਦਿਨ 3 ਰਹਿ ਗਏ ਜਦੋਂ ਲਾਤਾ ਜੀ। ਲਾ ਕੇ 1 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ, ਚੱਲ ਤੂੰ ਦਿੱਲੀ ਸਾਂਭ। ਪਹਿਲੀ ਗੱਲ। ਦੂਜੀ, ਇਹ ਕੇਡਾ ਸੁਲੱਖਣਾ ਕਿ ਦਿੱਲੀ ਕੇਡਰ ਦਾ ਨਹੀਂਗਾ, ਗੁਜਰਾਤ ਕੇਡਰ ਦਾ, ਤੇ ਇੱਥੇ ਲਿਆ ਕੇ ਲਾਇਆ ਗਿਆ। ਦਿੱਲੀ ਦਾ ਆਪਣਾ ਇੱਕ ਕੇਡਰ ਆ, ਦਾਨਿਸ਼ ਕੇਡਰ ਉਹਨੂੰ ਕਹਿੰਦੇ ਆ। ਦਾਨਿਸ਼ ਕੇਡਰ ਇਸ ਕਰਕੇ ਕਿ ਉਹਦੇ ਵਿੱਚ ਦਿੱਲੀ ਦਾ ਡੀ ਆ ਗਿਆ, ਅੰਡੇਮਾਨ ਨਿਕੋਬਾਰ ਦੇ ਏ ਤੇ ਐਨ ਆ ਗਿਆ ਜੀ। ਇੱਦਾਂ ਇਹ ਰਲਾ ਕੇ ਜਿੰਨੇ ਆਈਲੈਂਡ, ਜਿੰਨੇ ਹੈਗੇ ਨੇ ਯੂਨੀਅਨ ਟੈਰੀਟਰੀਜ਼, ਜਿਨ੍ਹਾਂ 'ਚ ਚੰਡੀਗੜ੍ਹ ਵੀ ਹੈ, ਇਹਨਾਂ ਸਾਰਿਆਂ ਦਾ ਰਲਾ ਕੇ ਇੱਕ ਸਾਂਝਾ ਕੇਡਰ ਹੈ। ਹੁਣ ਤਾਂ ਅੱਗੋਂ ਲਦਾਖ ਵੀ ਇਹ 'ਚ ਸ਼ਾਮਲ ਕਰਨਗੇ। ਯੂਨੀਅਨ ਟੈਰੀਟਰੀ ਹੋਣ ਕਰਕੇ ਜੰਮੂ ਕਸ਼ਮੀਰ ਸ਼ਾਇਦ ਸ਼ਾਮਲ ਕਰ ਲੈਣ, ਪਾਂਡੀਚੇਰੀ ਵੀ ਕਰ ਲੈਣ। ਉਸ ਕੇਡਰ 'ਚੋਂ ਹੈ ਨਹੀਂ। ਉਸ ਕੇਡਰ ਦਾ ਅਫਸਰ ਦਿੱਲੀ 'ਚ ਲੱਗਣਾ ਚਾਹੀਦਾ। ਹੁਣ ਤੱਕ ਸਿਰਫ 2 ਵਾਰ ਇਹੋ ਜਿਹੇ ਅਫਸਰ ਬਾਹਰੋਂ ਲਿਆ ਕੇ ਲਾਏ ਗਏ। ਉਹਨਾਂ ਦੋਵਾਂ ਦਾ ਵਿਰੋਧ ਹੋਇਆ ਸੀ। ਲੋਕਾਂ ਸਮਝਿਆ ਸੀ ਕਿ ਇੱਥੋਂ ਦੇ ਜਿਹੜੇ ਦਿੱਲੀ ਵਾਲੇ ਅਫਸਰ ਨਿਕੰਮੇ ਆ ਜੀ, ਉਹਨਾਂ ਨੂੰ ਬਾਹਰ ਕੱਢ ਦਿਓ। ਕਿਰਨ ਬੇਦੀ ਨੂੰ ਨਹੀਂ ਸੀ ਲਾਇਆ ਗਿਆ ਤੇ ਉਦੋਂ ਦੀ ਨਾਰਾਜ਼ ਹੋਈ, ਕਾਂਗਰਸ ਨਾਲ ਨਾਰਾਜ਼ ਹੋ ਕੇ ਤੇ ਬਾਅਦ 'ਚ ਬੀਜੇਪੀ ਵੱਲ ਚਲੀ ਗਈ ਸੀ। ਹੁਣ ਇਹਨੂੰ ਲਿਆ ਕੇ ਲਾਤਾ ਗਿਆ। ਜਿਹੜੇ ਉੱਥੇ ਲੱਗੇ ਸਨ ਉਹ ਸਭ ਨਿਕੰਮੇ। ਇਹ ਬਹੁਤ ਕੰਮ ਦਾ। ਇਹਨੂੰ ਲਿਆ ਕੇ CBI ਦੇ ਵਿੱਚ ਐਕਟਿੰਗ ਹੈਡ ਲਾਇਆ ਗਿਆ ਸੀ। ਫਿਰ ਅਲੋਕਨਾਥ ਨੂੰ ਲਿਆ ਕੇ ਇਹਦੇ ਉੱਪਰ ਲਾਤਾ ਗਿਆ। ਇਹ ਨੰਬਰ 2 ਹੋ ਗਿਆ। ਇਹਨਾਂ ਦੀ ਆਪਸ ਵਿੱਚ ਖਟਪਟੀ ਪੈ ਗਈ। ਮਾਮਲਾ ਅਦਾਲਤਾਂ ਤੱਕ ਚਲਾ ਗਿਆ। ਇੱਕ ਦਿਨ ਅੱਧੀ ਰਾਤ ਨੂੰ ਜਿਹੜਾ ਤੀਸਰੇ ਨੰਬਰ ਵਾਲਾ ਸੀ, ਉਹਨੂੰ ਆਰਡਰ ਦਿੱਤੇ ਗਏ, ਇਹਨਾਂ ਦੋਵਾਂ ਨੂੰ ਪਾਸੇ ਕੀਤਾ ਗਿਆ। ਰਾਤ ਨੂੰ CBI ਦੀ ਆਪਣੀ ਫੋਰਸ ਵੀ ਹੈਗੀ ਆ ਜੀ, ਉਹਨੂੰ ਛੱਡ ਕੇ, ਦਿੱਲੀ ਪੁਲਿਸ ਛੱਡ ਕੇ ਪੈਰਾਮਿਲਟਰੀ ਫੋਰਸ ਲਿਆ ਕੇ CBI ਦਾ ਸਾਰਾ ਦਫ਼ਤਰ ਘੇਰ ਕੇ ਇਹਨਾਂ ਨੂੰ ਪਾਸੇ ਕੀਤਾ ਗਿਆ। ਇਸ ਬੰਦੇ ਦੇ ਉੱਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਕੇਸ ਵੀ ਬਣੇ, ਜਿਹਦੇ ਉੱਤੇ ਇੰਨੇ ਅੱਗੇ ਦਾਗ ਲੱਗੇ ਪਏ ਨੇ। ਹੁਣ ਉਹਨਾਂ ਦਾਗਾਂ 'ਚੋਂ ਬਰੀ ਹੋ ਕੇ ਆ ਗਿਆ ਇਸ ਕਰਕੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਹੁਤ ਨੇੜੇ ਗਿਣਿਆ ਜਾਂਦਾ ਜੀ। ਉਹਨੂੰ ਲਿਆ ਕੇ ਦਿੱਲੀ ਚਲਾ ਦਿੱਤਾ ਗਿਆ। ਕਿਉਂ ਲਾਇਆ? ਇਸ ਕਰਕੇ ਲਾਇਆ ਕਿ ਦਿੱਲੀ ਜਿੱਡੀ ਮਰਜ਼ੀ ਹੋਵੇ, ਹੈ ਤਾਂ UT ਹੈ, ਯੂਨੀਅਨ ਟੈਰੀਟਰੀ। ਉੱਥੇ ਜਿਹੜਾ ਪੁਲਿਸ ਦਾ ਮੁਖੀ ਹੈ ਉਹਦਾ ਕੰਟਰੋਲ ਮੁੱਖ ਮੰਤਰੀ ਕੋਲ ਨਹੀਂ, ਉਹਦਾ ਕੰਟਰੋਲ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲ ਹੈ, ਯਾਨੀ ਅਮਿਤ ਸ਼ਾਹ ਕੋਲ ਜੀ। ਮੁੱਖ ਮੰਤਰੀ ਕੇਜਰੀਵਾਲ ਤੇ ਆਪਣੇ ਗਨਮੈਨ ਨਹੀਂ ਚੇਂਜ ਕਰ ਸਕਦਾ। ਆਪਣੀ ਕੋਠੀ ਦੇ ਉੱਤੇ ਲੱਗੇ ਜਿਹੜੇ ਸਿਕਿਉਰਿਟੀ ਗਾਰਡ, ਉਹਨਾਂ ਨੂੰ ਨਹੀਂ ਕਹਿ ਸਕਦਾ ਕਾਕਾ ਤੁਸੀਂ ਕੱਲ ਬਦਲ ਦਿਓ, ਨੇ ਥਾਂ ਤੇ ਨਵੇਂ ਲਾ ਦਿਓ। ਸਾਰੀ ਪੁਲਿਸ ਦਿੱਲੀ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਡਰ। ਐਂਟੀ ਕਰਪਸ਼ਨ ਬਿਊਰੋ ਇਹਨਾਂ ਕੋਲ ਹੁੰਦਾ ਸੀ ਦਿੱਲੀ ਕੋਲ, ਉਹਨੂੰ ਵੀ ਕੇਂਦਰੀ ਮੰਤਰਾਲੇ ਦੇ ਅੰਡਰ ਕਰਤਾ। ਉੱਥੇ ਬੰਦਾ ਉਹ ਲਾਉਣਾ ਜਿਹੜਾ ਪੈਰ ਪੈਰ ਦੇ ਉੱਤੇ ਅੜਿੱਕੇ ਡਾਹ ਸਕੇ,
ਕੇਜਰੀਵਾਲ ਦੀ ਸਰਕਾਰ ਨੂੰ ਚੱਲਣ ਨਾ ਦੇਵੇ ਔਰ ਖਾਸ ਤੌਰ ਤੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਸਰਕਾਰ ਜੇ ਕੁਝ ਕਰਨਾ ਚਾਹੁੰਦੀ ਹੈ ਤੇ ਕਾਨੂੰਨ ਦੀਆਂ ਕਿਤਾਬਾਂ ਨਾ ਪੜ੍ਹੇ। ਜੀ। ਉਹ ਇਹ ਵੇਖੇ ਕਿ ਮੇਰੇ ਪੋਲੀਟੀਕਲ ਬਾਸ ਜਿਹੜੇ ਦਿੱਲੀ 'ਚ ਬੈਠੇ ਨੇ ਉਹ ਜੋ ਕੁਝ ਕਹਿੰਦੇ ਆ ਮੈਂ ਉਹਦੇ ਉੱਤੇ ਲਾਗੂ ਕਰਨਾ, ਉਹਦੇ ਉੱਤੇ ਅਮਲ ਕਰਨਾ। ਇਹ ਇਸ ਕਰਕੇ ਵੀ ਕਰਨਾ ਜ਼ਰੂਰੀ ਹੋ ਜਾਂਦਾ ਕਿ ਜਿਹੜਾ ਬੰਦਾ ਰਿਟਾਇਰਮੈਂਟ ਤੇ ਖੜਾ ਉਹ ਜਾ ਕੇ ਇਹਨਾਂ ਦੋਵਾਂ ਦੇ ਕੋਲ ਤਰਲਾ ਮਾਰਿਆ, ਮੈਨੂੰ ਰੱਖ ਲਾ ਬਾਬਲਾ ਅੱਜ ਦੀ ਰਾਤ ਵੇ। ਉਹਨਾਂ ਨੇ ਆਖਿਆ ਚੱਲ ਤੈਨੂੰ 1 ਸਾਲ ਰੱਖ ਲੈਨੇ, ਅੱਜ ਦੀ ਰਾਤ ਕੀ ਹੈ। 3 ਦਿਨਾਂ ਬਾਅਦ ਰਿਟਾਇਰ ਹੋਣਾ ਸੀ, 1 ਸਾਲ ਦੀ ਐਕਸਟੈਂਸ਼ਨ ਦੇ ਕੇ ਦਿੱਲੀ ਦਾ ਪੁਲਿਸ ਕਮਿਸ਼ਨਰ ਬਣਾ ਦਿੱਤਾ। ਜਿਨ੍ਹਾਂ ਨੇ 1 ਸਾਲ ਦੀ ਨੌਕਰੀ ਵਧਾ ਦਿੱਤੀ ਹੈ ਉਹਨਾਂ ਦੇ ਕਹੇ ਤੇ ਕੀ ਨਹੀਂ ਕਰੂਗਾ, ਸਭ ਕੁਝ ਕਰੂਗਾ। ਪਰ ਸਾਹਿਬ ਇਹ ਤਾਂ ਦਿੱਲੀ ਪੁਲਿਸ ਕਮਿਸ਼ਨਰ ਦੀ ਗੱਲ ਹੋ ਗਈ ਹੈ। ਉੱਧਰ ਕਰਨਾਟਕ ਵਿੱਚ ਵੀ ਨਵੇਂ ਮੁੱਖ ਮੰਤਰੀ ਨੂੰ ਲਗਾ ਦਿੱਤਾ ਗਿਆ। ਫਿਰ ਜਿੱਦਾਂ ਯੇਦੀਯੁਰੱਪਾ ਦੇ ਸਭ ਤੋਂ ਕਰੀਬੀ ਵੀ ਮੰਨੇ ਜਾਂਦੇ ਆ, ਹੁਣ ਨਵੀਂ ਨਿਯੁਕਤੀ ਹੋ ਗਈ ਹੈ, ਉਹਨੂੰ ਫਿਰ ਕਿਵੇਂ ਦੇਖਦੇ ਆ? ਇਹ ਜਿਹੜਾ SR ਬੋਮਈ ਹੁੰਦਾ ਸੀ ਉੱਥੇ ਮੁੱਖ ਮੰਤਰੀ, ਕਾਂਗਰਸ ਦੇ ਨਾਲ ਵੀ ਡਿੱਕਾ ਪਾ ਛੱਡਿਆ ਸੀ, ਸੁਪਰੀਮ ਕੋਰਟ ਤੱਕ ਕੇਸ ਗਿਆ ਸੀ, ਉਹਦੀ ਸਰਕਾਰ ਬਰਖਾਸਤ ਕੀਤੀ ਗਈ ਜੀ। ਔਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਬਰਖਾਸਤ ਕਰਨੀ ਗਲਤ ਹੈ। ਉਹਦਾ ਪੁੱਤਰ ਹੈ ਇਹ ਬਸਵਰਾਜ ਬੋਮਈ, ਜਿਹਨੂੰ ਹੁਣ ਭਾਜਪਾ ਨੇ ਬਣਾਇਆ। ਇਹ ਉਹ ਲੋਕ ਨੇ ਜਿਹੜੇ ਅੱਜ ਵੱਡੇ ਭਾਜਪਾਈਏ ਬਣਦੇ ਨੇ ਜੀ। ਪੁਰਾਣੇ ਇਹ ਜਨਤਾ ਪਰਿਵਾਰ ਚੋਂ ਨੇ। ਜਨਤਾ ਪਰਿਵਾਰ ਕਿਹੜਾ ਸੀ? ਐਮਰਜੈਂਸੀ 'ਚ ਫੜ ਕੇ ਜਦੋਂ ਵਿਰੋਧੀ ਧਿਰਾਂ ਨੂੰ ਜੇਲ੍ਹਾਂ 'ਚ ਸੁੱਟਿਆ ਇੰਦਰਾ ਗਾਂਧੀ ਨੇ ਜੀ, ਉਹਨਾਂ ਨੇ ਅੰਦਰ ਸਲਾਹ ਕੀਤੀ, ਬਾਹਰ ਆਏ ਤੇ 4.5 ਪਾਰਟੀਆਂ ਦੀ ਇੱਕ ਨਵੀਂ ਪਾਰਟੀ ਜਨਤਾ ਪਾਰਟੀ ਬਣਾਈ ਸੀ। ਉਹਦੇ 'ਚ ਇੱਕ ਤਾਂ ਜਨ ਸੰਘ ਸੀ ਜਿਹੜਾ ਬਾਅਦ 'ਚ ਭਾਰਤੀ ਜਨਤਾ ਪਾਰਟੀ ਬਣਿਆ ਜੀ, ਇੱਕ ਸਮਾਜਵਾਦੀ ਪਾਰਟੀ ਸੀ, ਇੱਕ ਮੁਰਾਰਜੀ ਦੇਸਾਈ ਵਾਲੀ ਸਿੰਡੀਕੇਟ ਕਾਂਗਰਸ ਸੀ, ਇੱਕ ਲੋਕ ਦਲ ਸੀ ਤੇ ਅੱਧੀ ਪਾਰਟੀ ਐਮਰਜੈਂਸੀ ਟੁੱਟਦੇ ਸਾਰ ਜਿਹੜੇ ਲੋਕ ਬਗਾਵਤ ਕਰਕੇ ਬਾਹਰ ਨਿਕਲੇ, ਬਾਬੂ ਜਗਜੀਵਨ ਰਾਮ ਤੇ ਹੋਰ, ਅਜੇ ਅੱਧ-ਪਚੱਧੀ ਪਾਰਟੀ ਸੀ, ਪਾਰਟੀ ਖੜੀ ਨਹੀਂ ਸੀ ਕੀਤੀ, ਕਾਂਗਰਸ ਫਾਰ ਡੈਮੋਕ੍ਰੇਸੀ। ਉਹ ਲਾ ਕੇ ਇਹਨਾਂ 4.5 ਪਾਰਟੀਆਂ ਤੋਂ ਇੱਕ ਜਨਤਾ ਪਾਰਟੀ ਬਣੀ। ਮੁਰਾਰਜੀ ਦੇਸਾਈ ਨੂੰ ਪਹਿਲਾ ਪ੍ਰਧਾਨ ਮੰਤਰੀ ਬਣਾਇਆ, ਉਹਦਾ ਪਲਟਾ ਕਰਕੇ ਫਿਰ ਬਣ ਗਿਆ ਚੌਧਰੀ ਚਰਨ ਸਿੰਘ। ਪੌਣੇ 3 ਸਾਲਾਂ ਬਾਅਦ ਉਹਦਾ ਭੋਗ ਪੈ ਗਿਆ ਸਰਕਾਰ ਦਾ ਤੇ ਇਸ ਤੋਂ ਬਾਅਦ ਇੰਦਰਾ ਗਾਂਧੀ ਫਿਰ ਆ ਗਈ। ਇਹ ਜਨਤਾ ਪਰਿਵਾਰ ਖਿਲਰ ਗਿਆ, ਕਈ ਪਾਰਟੀਆਂ ਬਣ ਗਈਆਂ। ਮੁੜ ਕੇ ਫਿਰ 1999 'ਚ ਜਨਤਾ ਪਰਿਵਾਰ ਬਾਕੀ ਇਕੱਠਾ ਹੋਇਆ ਤੇ ਭਾਰਤੀ ਜਨਤਾ ਪਾਰਟੀ ਬਾਹਰ ਰਹਿ ਗਈ। ਉਦੋਂ ਤੱਕ ਸੁਸ਼ਮਾ ਸਵਰਾਜ ਵੀ ਬਾਹਰ ਸੀ, ਉਹ ਜਨਤਾ ਪਾਰਟੀ ਵਾਲਿਆਂ 'ਚ ਹੁੰਦੀ ਸੀ ਜੀ। ਉਦੋਂ ਨੇ ਵੇਖਿਆ ਕਿ ਰਾਮ ਰਥ ਦੇ ਉੱਤੇ ਚੜ੍ਹ ਕੇ ਅਯੁੱਧਿਆ ਨੂੰ ਭਾਰਤੀ ਜਨਤਾ ਪਾਰਟੀ ਤੁਰੀ ਜਾਂਦੀ ਹੈ, ਇਹਨਾਂ ਦੀ ਗੱਲ ਬਣ ਜਾਣੀ ਹੈ। ਉਹ ਭਾਜਪਾ ਦੀ ਲੀਡਰ ਬਣ ਗਈ। ਇਹ ਜਿੰਨੇ ਬਾਹਰੋਂ ਆਏ ਸਨ ਜਨਤਾ ਦਰਬਾਰ ਵਾਲੇ, ਇਹ ਸਾਰੇ ਭਾਜਪਾ ਜਾ ਕੇ ਵੱਡੇ ਲੀਡਰ ਬਣ ਗਏ। ਸੁਸ਼ਮਾ ਸਵਰਾਜ ਲੋਕ ਸਭਾ ਦੇ ਵਿੱਚ ਆਪੋਜੀਸ਼ਨ ਲੀਡਰ ਬਣ ਗਏ ਤੇ ਪ੍ਰਧਾਨ ਮੰਤਰੀ ਬਣਨ ਵਾਸਤੇ ਦਾਅਵਾ ਵਿਖਾਉਣ ਲੱਗ ਪਈ। ਇਹ ਸਾਰੇ ਬਾਹਰੋਂ ਆਏ ਸਨ ਜੀ। ਉੱਦਾਂ ਹੀ ਇਹਦਾ ਬਸਵਰਾਜ ਬੋਮਈ ਦਾ ਬਾਪ SR ਬੋਮਈ ਵੀ ਉਧਰੋਂ ਜਨਤਾ ਪਾਰਟੀ ਵੱਲੋਂ ਆਇਆ ਸੀ। ਸਾਰਾ ਜਨਤਾ ਦਰਬਾਰ ਹੀ ਗਿਣਿਆ ਜਾਂਦਾ। ਜਿਹੜਾ ਉਹ ਦੇਵੇਗੌੜਾ ਸਾਬਕਾ ਪ੍ਰਧਾਨ ਮੰਤਰੀ, ਇਹ ਵੀ ਉਹਨਾਂ 'ਚੋਂ ਸੀ। ਇਹਨਾਂ ਸਾਰਿਆਂ ਦੇ ਇਸ ਗੁੱਟਬੰਦੀ 'ਚੋਂ ਭਾਜਪਾ ਅੱਗੇ ਵਧੀ ਹੈ। ਹੁਣ ਭਾਜਪਾ ਨੇ ਉੱਥੇ ਮੁੱਖ ਮੰਤਰੀ ਬਦਲਣਾ ਸੀ, ਯੇਦੂਰੱਪਾ ਤੋਂ ਅਸਤੀਫਾ ਲੈ ਲਿਆ ਸੀ। ਬਾਕੀ 6-7 ਜਣੇ ਦਾਅਵੇਦਾਰ, ਉਹਨਾਂ 'ਚੋਂ ਹਰ ਕੋਈ ਚਾਹੁੰਦਾ ਸੀ ਮੈਨੂੰ ਕੁਰਸੀ ਮਿਲ ਜਾਵੇ। ਯੇਦੂਰੱਪਾ ਨੇ ਆਖਿਆ ਜਿਹਨੂੰ ਵੀ ਬਣਾਉਣਾ ਮੇਰੀ ਮਰਜ਼ੀ ਦਾ ਬਣਾਉਂਗੇ, ਨਹੀਂ ਤਾਂ ਮੈਂ ਚੱਲਣ ਨਹੀਂ ਦੇਣਾ ਜੀ। ਲਿੰਗਾਇਤ ਭਾਈਚਾਰਾ ਉੱਥੇ ਸਭ ਤੋਂ ਵੱਡਾ, ਉਹਦੀਆਂ ਵੋਟਾਂ ਤੋਂ ਬਗੈਰ ਕਰਨਾਟਕਾ ਸਰਕਾਰ ਨਹੀਂ ਚੱਲ ਸਕਦੀ। ਲਿੰਗਾਇਤ ਭਾਈਚਾਰੇ ਦੇ ਜਿਹੜੇ ਮੱਠਾਂ ਦੇ ਸੰਤ, ਉਹਨਾਂ ਸਾਰਿਆਂ ਨੇ ਕਹਿ ਦਿੱਤਾ ਕਿ ਅਸੀਂ ਯੇਦੂਰੱਪਾ ਦੇ ਨਾਲ। ਇਹ ਰਿਪੋਰਟਾਂ ਨੇ, ਕੀ ਪਤਾ ਉਹਨਾਂ ਕਿਹਾ ਕਿ ਨਹੀਂ ਕਿਹਾ, ਪਰ ਰਿਪੋਰਟਾਂ ਇਹ ਨੇ। ਉਸ ਦਬਾਅ ਥੱਲੇ ਭਾਰਤੀ ਜਨਤਾ ਪਾਰਟੀ ਨੂੰ ਇਹ ਫੈਸਲਾ ਕਰਨਾ ਪਿਆ ਕਿ ਜਿਹੜਾ ਬੰਦਾ ਉਹਨੇ ਯੇਦੂਰੱਪਾ ਨੇ ਪੇਸ਼ ਕੀਤਾ, ਚੁੱਪ ਕਰਕੇ ਇਹਨੂੰ ਮੁੱਖ ਮੰਤਰੀ ਮੰਨ ਲਓ, ਨਹੀਂ ਤਾਂ ਪੁਆੜਾ ਪਊਗਾ ਜੀ। ਤੇ ਉਹਨਾਂ ਨੇ ਇਸ ਦਬਾਅ ਥੱਲੇ ਬਸਵਰਾਜ ਬੋਮਈ ਨੂੰ ਉੱਥੋਂ ਦਾ ਮੁੱਖ ਮੰਤਰੀ ਬਣਾਤਾ। ਅੱਗੇ 2 ਵਾਰੀ ਇਦਾਂ ਹੋਇਆ ਕਿ ਜਦੋਂ ਯੇਦੂਰੱਪਾ ਅਸਤੀਫਾ ਦੇਵੇ ਤੇ ਆਪਣੀ ਥਾਂ ਜਿਹਨੂੰ ਬਣਾਉਂਦਾ, ਉਹ ਬਾਅਦ 'ਚ ਉਹਦੇ ਕੰਟਰੋਲ 'ਚ ਨਹੀਂ ਚੱਲਦੇ ਹੁੰਦੇ ਤੇ ਫਿਰ ਆਪੇ ਹੀ ਕਹਿੰਦਾ ਹੁੰਦਾ ਇਹਨੂੰ ਬਦਲ ਦਿਓ। ਇਹ ਹੁਣ ਬੋਮਈ ਜੇ ਤੇ ਉਹਦੇ ਕੰਟਰੋਲ ਵਿੱਚ ਚੱਲਿਆ ਫਿਰ ਤਾਂ ਠੀਕ ਹੈ, ਨਹੀਂ ਤੇ ਯੇਦੂਰੱਪਾ ਨੂੰ ਇਹ ਵੀ ਬਰਦਾਸ਼ਤ ਨਹੀਂ ਹੋਣਾ। 4-6 ਮਹੀਨਿਆਂ ਬਾਅਦ ਉਹ ਆਖੂਗਾ ਇਹਨੂੰ ਬਦਲ ਕੇ ਫਲਾਣੇ ਨੂੰ ਲਿਆਓ। ਜਦੋਂ ਬੰਦੇ ਆਪਣੇ ਸਿਰ ਨਾਲ ਸੋਚਣ ਲੱਗ ਪੈਂਦੇ ਆ, ਮੁੜ ਕੇ ਉਹਨਾਂ ਨੂੰ ਬਦਲਣਾ ਪੈ ਜਾਂਦਾ ਹੁੰਦਾ ਜੀ। ਪਰ ਸਾਹਿਬ, ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਕਿ ਜਿਹੜੇ ਭਿਖਾਰੀ ਹੈ ਉਹਨਾਂ ਤੇ ਰੋਕ ਨਹੀਂ ਲਗਾਈ ਜਾ ਸਕਦੀ। ਪਹਿਲਾਂ ਤੁਸੀਂ ਇੱਕ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਭੇਸ ਬਦਲ ਕੇ ਇਹਨਾਂ ਕੋਲ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ, ਪਰ ਇਸ ਟਿੱਪਣੀ ਨੂੰ ਕਿਵੇਂ ਦੇਖਦੇ ਆ?
ਮੈਂ ਸੁਪਰੀਮ ਕੋਰਟ ਦੀ ਇਸ ਟਿੱਪਣੀ ਨਾਲ ਸਹਿਮਤ ਨਹੀਂ। ਸੁਪਰੀਮ ਕੋਰਟ ਦਾ ਪੂਰਾ ਸਤਿਕਾਰ ਕਰਦੇ ਹੋਏ ਵੀ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਆ ਕਿ ਬਾਲ ਮਜ਼ਦੂਰੀ ਕਰਾਉਣਾ ਗਲਤ ਹੈ। ਠੀਕ। ਜਿਹੜੀਆਂ ਫੈਕਟਰੀਆਂ 'ਚ ਬੱਚਿਆਂ ਤੋਂ ਮਜ਼ਦੂਰੀ ਕਰਾਈ ਜਾਂਦੀ ਹੈ, ਉੱਥੇ ਪੁਲਿਸ ਛਾਪੇ ਮਾਰਦੀ ਹੈ। ਕਦੇ ਇਹ ਵੇਖਿਆ ਕਿ ਬੱਚੇ ਕੌਣ ਨੇ? ਚੌਕਾਂ ਵਿੱਚ ਖੜੇ ਬੱਚੇ ਤੇ ਉਹਨਾਂ ਦੇ ਨਾਲ ਜਿਹੜੇ ਵੱਡੇ ਨੇ, ਉਹਨਾਂ ਨੂੰ ਵੇਖੋ ਸ਼ਕਲਾਂ ਨਹੀਂ ਮਿਲਦੀਆਂ। ਸਾਫ਼ ਦਿਸਦਾ ਕਿ ਬੱਚੇ ਭਾਵੇਂ ਉਹਨਾਂ ਨੂੰ ਮੰਮੀ ਤੇ ਡੈਡੀ ਕਹਿੰਦੇ ਆ, ਸ਼ਕਲਾਂ ਨਹੀਂ ਮਿਲਦੀਆਂ। ਇਹ ਕੋਈ ਬੱਚਾ ਕਰਨਾਟਕਾ 'ਚੋਂ ਚੁੱਕਿਆ ਹੋ ਸਕਦਾ, ਕੋਈ ਉੜੀਸਾ 'ਚੋਂ, ਕੋਈ ਬੰਗਾਲ 'ਚੋਂ ਚੁੱਕਿਆ ਹੋ ਸਕਦਾ, ਕੋਈ ਬਿਹਾਰ 'ਚੋਂ। ਪੰਜਾਬ ਦਾ ਬੱਚਾ ਚੁੱਕ ਕੇ ਜਾ ਕੇ ਕੇਰਲਾ 'ਚ ਉਹਨੂੰ ਮੰਗਣ ਲਾ ਦੇਣਗੇ, ਕੇਰਲਾ ਦਾ ਬੱਚਾ ਚੁੱਕ ਕੇ ਕਸ਼ਮੀਰ 'ਚ ਲਾ ਦੇਣਗੇ, ਕਸ਼ਮੀਰ ਵਾਲੇ ਨੂੰ ਅਸਾਮ 'ਚ ਲਾ ਦੇਣਗੇ। ਜੀ। ਇਹਨਾਂ ਸਾਰਿਆਂ ਦੀ ਪੜਤਾਲ ਕਦੇ ਕਿਸੇ ਨੇ ਕਰਵਾਈ ਹੈ? ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਇਹ ਕਹਿ ਦੇਣਾ ਕਿ ਇਹਨਾਂ ਦਾ ਵੀ ਮੰਗਣ ਦਾ ਅਧਿਕਾਰ ਹੈ। ਹੁਣ ਤੱਕ ਕਿੰਨੀ ਵਾਰੀ ਇਹੋ ਜਿਹੀਆਂ ਰਿਪੋਰਟਾਂ ਆਈਆਂ ਨੇ ਕਿ ਕੁਝ ਮੰਗਤੇ ਇਹੋ ਜਿਹੇ ਆ ਜਦੋਂ ਮਰ ਗਏ ਤੇ ਉਹਨਾਂ ਦੀ ਕਰੋੜਾਂ ਦੀ ਜਾਇਦਾਦ ਨਿਕਲੀ। ਜੀ। ਹਾਈ-ਫਾਈ ਮੰਗਤੇ ਨੇ, ਉਹ ਬੜੇ ਢੰਗ ਨਾਲ ਮੰਗਦੇ ਔਰ ਉਹਨਾਂ ਥੱਲੇ ਆਪਣੇ ਗੈਂਗ ਰੱਖੇ। ਆ ਚੌਕਾਂ ਦੇ ਵਿੱਚ ਜਾ ਕੇ ਤੁਸੀਂ ਵੇਖੋ, ਇੱਕ ਦਿਨ ਚੌਕਾਂ ਵਿੱਚ ਬੱਚੇ ਹੀ ਬੱਚੇ ਹੁੰਦੇ, ਅਗਲੇ ਦਿਨ ਉਹ ਬੱਚੇ ਸਾਰੇ ਜਿਹੜੇ ਆ ਜਲੰਧਰ ਦੇ ਬਜਾਏ ਹੁਸ਼ਿਆਰਪੁਰ ਚਲ ਜਾਂਦੇ ਆ, ਤੇ ਜਲੰਧਰ ਦੇ ਹਰ ਚੌਕ ਦੇ ਵਿੱਚ ਸਿਰਫ ਉਹ ਪੌੜੀਆਂ ਜਿਹਨਾਂ ਨਾਲ ਤੁਰਨ ਵਾਲੇ ਲਿਆ ਦਿੰਦੇ ਆ। ਕੁਝ ਤਾਂ ਨਕਲੀ ਤੁਰਦੇ ਉਹਨਾਂ ਪੌੜੀਆਂ ਜਿਹੀਆਂ ਨਾਲ, ਕੁਝ ਮੰਨਦੇ ਨਹੀਂ ਤੇ ਉਹਨਾਂ ਦੀਆਂ ਸੱਚੀ ਮੁੱਚੀ ਲੱਤਾਂ ਬਾਹਾਂ ਤੋੜੀਆਂ ਹੁੰਦੀਆਂ। ਇੱਕੋ ਦਿਨ ਹਰ ਚੌਕ 'ਚੋਂ ਪੌੜੀਆਂ ਨਾਲ ਤੁਰਨ ਵਾਲੇ ਕਿੱਥੋਂ ਆ ਜਾਂਦੇ? ਪੌੜੀਆਂ ਕਹਿ ਲਓ, ਫੌੜੀਆਂ ਕਹਿ ਲਓ। ਜੀ। ਹੁਣ ਤੇ ਅੱਜ ਕੱਲ੍ਹ ਹਿੰਦੀ ਦੇ ਮਗਰ ਵਿਸਾਖੀਆਂ ਕਹਿਣ ਦਾ ਵੀ ਰਿਵਾਜ ਆ ਗਿਆ। ਅਸੀਂ ਵਿਸਾਖੀ ਨੂੰ ਇਹਦੇ ਨਾਲ ਕਾਹਨੂੰ ਬਦਨਾਮ ਕਰੀਏ? ਜੀ। ਉਹਨਾਂ ਤੋਂ ਮੰਗਵਾਇਆ ਜਾਂਦਾ। ਆ ਕੁੜੀਆਂ ਕਿੰਨੀਆਂ ਲਿਆ ਕੇ ਕਿਤੋਂ ਪਤਾ ਨਹੀਂ ਕਿੱਥੋਂ ਲੋਕਾਂ ਦੀਆਂ ਕਾਰਾਂ ਦੇ ਸ਼ੀਸ਼ਿਆਂ ਦੇ ਉੱਤੇ ਕੱਪੜਾ ਮਾਰਨ ਲਾਈਆਂ ਨੇ, ਤੇ ਤੁਰੇ ਜਾਂਦੇ ਲੋਕ ਉਹਨਾਂ ਨਾਲ ਮਜ਼ਾਕ ਵੀ ਕਰਦੇ ਆ, ਉਹਨਾਂ ਦੀ ਬੇਇੱਜ਼ਤੀ ਵੀ ਕਰਦੇ ਆ। ਉਹਨਾਂ ਮੰਗਣ ਵਾਲੀਆਂ ਕੁੜੀਆਂ ਨੂੰ ਇਹ ਸਿਖਾਇਆ ਜਾਂਦਾ ਕਿ ਕਮੀਜ਼ ਦੇ ਉੱਪਰਲੇ 2 ਬਟਨ ਖੋਲ੍ਹ ਕੇ ਕਾਹਦੇ ਲਈ ਰੱਖਣੇ। ਇਹ ਸਾਰਾ ਕੁਝ ਜੋ ਹੁੰਦਾ ਅਸੀਂ ਲੋਕ ਵੇਖਦੇ ਹਾਂ ਕਿ ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ ਜੱਜ ਜਦੋਂ ਚੌਕ ਵਿੱਚ ਕਾਰ ਖਲੋਂਦੀ, ਇਹ ਨਹੀਂ ਵੇਖਦੇ ਖੱਬੇ ਸੱਜੇ ਕੀ ਹੁੰਦਾ। ਜੀ। ਵੇਖਣਾ ਚਾਹੀਦਾ। ਦੇਸ਼ ਦੀ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਕਿ ਆ ਕਲੰਕ ਹੈ, ਇਹਨੂੰ ਦੂਰ ਕਰੋ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਦੇ ਅਧਿਕਾਰ ਹੈਗੇ ਨੇ, ਉਹਨਾਂ ਅਧਿਕਾਰਾਂ ਦਾ ਘਾਣ ਨਹੀਂ ਕਰਨਾ ਚਾਹੀਦਾ, ਉਹਨੂੰ ਖੋਣਾ ਨਹੀਂ ਚਾਹੀਦਾ, ਪਰ ਇਹ ਮੰਗਣਾ ਵੀ ਅਧਿਕਾਰ ਹੋ ਗਿਆ। ਠੀਕ ਆ, ਦੇ ਦਿਓ ਅਧਿਕਾਰ। ਇਹ ਉਹਦੇ ਵਾਸਤੇ ਅਧਿਕਾਰ ਹੋ ਸਕਦਾ ਜਿਹਦੇ ਕੋਲ ਹੋਰ ਕੋਈ ਕਾਰੋਬਾਰ ਨਹੀਂ, ਮਰਦਾ ਕੀ ਨਹੀਂ ਕਰਦਾ, ਰੋਟੀ ਖਾਣ ਵਾਸਤੇ ਸੜਕਾਂ ਤੇ ਜਾ ਕੇ ਮੰਗ ਲੈਣ। ਪਰ ਗੈਂਗਾਂ ਨੂੰ ਲੋਕਾਂ ਦੇ ਬੱਚੇ ਚੁੱਕ ਕੇ ਮੰਗਵਾਉਣ ਦਾ ਅਧਿਕਾਰ ਕਿਹਨੇ ਦਿੱਤਾ? ਜੀ। ਅੱਜ ਯੂਪੀ ਦੀ ਖਬਰ ਆਈ ਗਈ ਸੀ ਪਿੱਛੇ ਜੇ ਕਿ ਉੱਥੇ ਪਿਛਲੇ 32-34 ਸਾਲਾਂ ਤੋਂ ਇੱਕ ਆਸਰਾ ਹੋਮ ਬਣਿਆ, ਜਿੱਥੇ ਭਿਖਾਰੀਆਂ ਨੂੰ ਲਿਆਓ ਤੇ ਉਹਨਾਂ ਨੂੰ ਕੰਮ ਕਰਨਾ ਸਿਖਾਓ। 27-28 ਬੰਦੇ ਰੱਖੇ, ਇੱਕ ਇੱਕ ਕਰਕੇ ਰਿਟਾਇਰ ਹੋ ਗਏ, ਹੁਣ 3 ਰਹਿ ਗਏ। ਪੁੱਛਿਆ ਗਿਆ, ਕਹਿੰਦੇ ਜੀ ਅੱਜ ਤੱਕ ਇੱਕ ਵੀ ਬੰਦਾ ਉੱਥੇ ਲਿਆਂਦਾ ਨਹੀਂ ਗਿਆ। ਫਿਰ ਉਹ ਖਰਚਾ ਕਰ ਲਈ ਕੀਤਾ ਸੀ। ਇਹਦੇ ਦਰਮਿਆਨ 6-7 ਸਰਕਾਰਾਂ ਨਿਕਲ ਗਈਆਂ। ਭਾਜਪਾ ਦਾ ਕਲਿਆਣ ਸਿੰਘ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਤੇ ਅਖਿਲੇਸ਼ ਸਿੰਘ ਪਿਓ ਪੁੱਤ, ਬੀਬੀ ਮਾਇਆਵਤੀ, ਆ ਸਾਡਾ ਕੇਂਦਰ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ, ਇਹ ਵੀ ਮੁੱਖ ਮੰਤਰੀ ਬਣ ਕੇ ਲੰਘ ਗਿਆ। ਇਹ ਤੋਂ ਬਾਅਦ ਹੁਣ ਯੋਗੀ ਆਦਿੱਤਿਆਨਾਥ ਵੀ ਹੈ। ਰੋਕਿਆ ਕੋਈ ਨਹੀਂ ਜਾਂਦਾ। ਜੀ। ਸਾਡੇ ਪੰਜਾਬ 'ਚ ਕਿੰਨੀਆਂ ਸਰਕਾਰਾਂ ਲੰਘ ਗਈਆਂ। ਇੰਨੀਆਂ ਸਰਕਾਰਾਂ ਲੰਘ ਜਾਣ ਤੋਂ ਬਾਅਦ ਵੀ ਸਾਰਿਆਂ ਚੌਂਕਾਂ 'ਚ ਮੰਗਣ ਦਾ ਕੰਮ ਉੱਦਾਂ ਹੀ ਚੱਲਦਾ ਪਿਆ। ਇਹਨੂੰ ਚੈੱਕ ਕੌਣ ਕਰੇਗਾ? ਇਸ ਕਰਕੇ ਸਤਿਕਾਰ ਪੂਰਾ ਰੱਖਦੇ ਹੋਏ ਵੀ ਸੁਪਰੀਮ ਕੋਰਟ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਸੁਪਰੀਮ ਕੋਰਟ ਨੂੰ ਚਾਹੀਦਾ ਸੀ ਸਰਕਾਰ ਨੂੰ ਕੁਝ ਸੇਧਾਂ ਦਿੰਦੀ ਜੀ ਕਿ ਆਹ ਨਹੀਂ ਆਹ ਕਰੋ। ਜਿੱਡਾ ਉੱਕਾ ਪੁੱਕਾ ਜਿਹਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ, ਉਹ ਘੱਟੋ ਘੱਟ ਮੇਰੇ ਵਰਗੇ ਬੰਦਿਆਂ ਦੇ ਸੰਗੋਂ ਨਹੀਂ ਉਤਰਿਆ। ਕਈ ਲੋਕ ਹੋਰ ਵੀ ਸੋਚਦੇ ਹੋਣਗੇ ਕਿ ਫੈਸਲਾ ਜਿਹੜਾ ਉਹ ਸ਼ਾਇਦ ਠੀਕ ਨਹੀਂ ਗਾ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਗੱਲ ਕਰਦੇ ਆ ਪੰਨੂ ਸਾਹਿਬ, ਉੱਥੇ ਚੋਣਾਂ ਹੋਈਆਂ ਤੇ ਚੋਣ ਨਤੀਜੇ ਕਿਸ ਤਰ੍ਹਾਂ ਰਹੇ ਆ ਉਹ ਵੀ ਦੱਸਿਓ, ਤੇ ਨਾਲ ਹੀ ਲੋਕ ਸੜਕਾਂ ਤੇ ਆ ਗਿਆ, ਰੋਸ ਪ੍ਰਦਰਸ਼ਨ ਕਰ ਰਹੇ ਆ, ਆਰਮੀ ਦੇ ਖਿਲਾਫ ਵੀ ਬਗਾਵਤ ਹੋ ਰਹੀ ਹੈ, ਇਹਦਾ ਕੀ ਕਾਰਨ ਆ? ਦੇਖੋ, ਅੱਜ ਕੱਲ੍ਹ ਮੈਨੂੰ ਪਤਾ ਨਹੀਂ ਉੱਥੋਂ ਦੀ ਅਸੈਂਬਲੀ ਕਿੱਦਾਂ ਦੀ ਹੈ। 20 ਸਾਲ ਪਹਿਲਾਂ ਇੱਕ ਵਾਰੀ ਅਸੀਂ ਪਤਾ ਕੀਤਾ ਤੇ ਉੱਥੋਂ ਦੀ ਅਸੈਂਬਲੀ ਦੇ ਤੀਸਰਾ ਹਿੱਸਾ ਮੈਂਬਰ ਜਿਹੜੇ ਆ, ਉਹਨਾਂ ਦੇ ਜਿਹੜੇ ਹਲਕੇ ਆ, ਵੋਟਾਂ ਕਸ਼ਮੀਰ ਦੀ ਅਸੈਂਬਲੀਆਂ ਤੇ ਹਲਕੇ ਉਹ ਲਾਹੌਰ ਚੋਂ, ਕਰਾਚੀ ਵਿੱਚੋਂ, ਪੇਸ਼ਾਵਰ ਚੋਂ ਵੋਟਾਂ ਪੈਂਦੀਆਂ ਸਨ ਜੀ। ਉਹ ਜੀ ਜਿਹੜੇ ਉੱਥੋਂ ਹਿਜਰਤ ਕਰ ਗਏ ਉਹਨਾਂ ਵਾਸਤੇ। ਅੱਜ ਕੱਲ੍ਹ ਕਿੱਦਾਂ ਪੈਂਦੇ ਮੈਨੂੰ ਪਤਾ ਨਹੀਂ। 45 ਹਲਕੇ ਆ, ਇਹਨਾਂ 45 ਹਲਕਿਆਂ ਦੀਆਂ ਵੋਟਾਂ ਪਈਆਂ, ਇਮਰਾਨ ਖਾਨ ਦੀ ਪਾਰਟੀ ਜਿੱਤ ਗਈ ਹੈ। ਤੇ ਇਹਦੇ 'ਚ ਨਵਾਂ ਕੀ ਹੈ?
ਜਦੋਂ ਦਾ ਪਾਕਿਸਤਾਨ ਬਣਿਆ, ਜਦੋਂ ਦਾ ਇਹਨਾਂ ਨੇ ਕਸ਼ਮੀਰ ਰਿਆਸਤ ਦੇ ਇੱਕ ਹਿੱਸੇ ਤੇ ਕਬਜ਼ਾ ਕਰਕੇ ਭਾਰਤ ਦੇ ਜੰਮੂ ਕਸ਼ਮੀਰ ਸਟੇਟ ਦਾ ਇੱਕ ਹਿੱਸਾ ਨਜਾਇਜ਼ ਕਬਜ਼ੇ 'ਚ ਲਿਆ, ਉਦੋਂ ਤੋਂ ਲੈ ਕੇ ਅੱਜ ਤੱਕ ਜਿੰਨੀ ਵਾਰ ਚੋਣਾਂ ਹੋਈਆਂ, ਪਾਰਟੀ ਉੱਥੇ ਉਹੀ ਜਿੱਤਦੀ ਹੈ ਜਿਹੜੀ ਪਾਕਿਸਤਾਨ ਦੇ ਉੱਤੇ ਰਾਜ ਕਰਦੀ ਪਈ। ਜਿਹਦਾ ਇਸਲਾਮਾਬਾਦ ਵਿੱਚ ਰਾਜ ਹੈ, ਉਹਦਾ ਮੁਜ਼ੱਫਰਾਬਾਦ ਵਿੱਚ ਵੀ ਹੈ, ਉੱਥੋਂ ਰਾਜ ਕਰਦੇ ਪਏ ਨੇ। ਔਰ ਉੱਥੇ ਬੈਠੀ ਆਰਮੀ ਧੱਕੇ ਨਾਲ ਲੋਕਾਂ ਤੋਂ ਵੋਟਾਂ ਪਵਾ ਦਿੰਦੀ ਹੈ ਜੀ। ਉੱਥੋਂ ਦੀ ਜਿਹੜੀ ਫੌਜ ਆ ਪਾਕਿਸਤਾਨ ਦੀ, ਉਹਦੇ ਵਿੱਚ ਵੀ ਕਸ਼ਮੀਰ ਦੀ ਨਾਰਦਰਨ ਲਾਈਟ ਇਨਫੈਂਟਰੀ ਨੂੰ ਇਸ ਕਰਕੇ ਰੱਖਿਆ ਜਾਂਦਾ ਕਿ ਸਾਰੇ ਕਸ਼ਮੀਰੀ ਮੁੰਡੇ ਆ, ਕਿਸੇ ਵੀ ਥਾਂ ਤੇ ਜੰਗ 'ਚ ਮਰਨ ਦਾ ਮੌਕਾ ਤੇ ਉਹਨਾਂ ਨੂੰ ਅੱਗੇ ਕਰ ਦਿਓ, ਦੂਜੀ ਆਰਮੀ ਉਹਨਾਂ ਦੇ ਪਿੱਛੇ ਲਾਓ, ਆਖੋ ਜਾਂ ਤੁਸੀਂ ਲੜੋ ਜਾਂ ਮਰੋ, ਜੇ ਪਛਾਣ ਨੂੰ ਆਏ ਤੁਹਾਨੂੰ ਗੋਲੀ ਮਾਰ ਦੇਣੀ ਹੈ। ਉਹ ਸਾਰੇ ਮੁੰਡੇ ਵੀ ਇਸ ਕੰਮ ਲਈ ਉਹਨਾਂ ਨੂੰ ਹੋਰ ਕੋਈ ਨੌਕਰੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ ਜੀ। ਉਹਨਾਂ ਨੂੰ ਭਾਰਤ ਦੇ ਖਿਲਾਫ ਵਰਤਣ ਵਾਸਤੇ ਇੱਕ ਕਿਸਮ ਦੀ ਇੱਕ ਧਾੜ ਦਾ ਰੂਪ ਦੇ ਦਿੱਤਾ ਗਿਆ। ਉਹਦੇ ਲੋਕ ਵਿਚਾਰੇ ਰੋਂਦੇ ਪਏ ਨੇ। ਹੁਣ ਵੀ ਵੋਟਾਂ ਤੋਂ ਬਾਅਦ ਉੱਥੇ ਲੋਕਾਂ ਨੇ ਬਹੁਤ ਮੁਜ਼ਾਹਰੇ ਕੀਤੇ ਆ। ਇਮਰਾਨ ਖਾਨ ਦੀ ਪਾਰਟੀ ਧੱਕੇ ਨਾਲ ਜਿੱਤ ਗਈ, ਜਿੱਦਾਂ ਪਹਿਲਾਂ ਦੋ ਪਾਰਟੀਆਂ ਵਾਰੀ-ਵਾਰੀ ਜਿੱਤਦੀਆਂ ਰਹੀਆਂ ਨੇ। ਜੇ ਉਹਨੂੰ ਕਿਸੇ ਨੂੰ ਵਧਾਈ ਦੇਣੀ ਹੋਵੇ ਤੇ ਚੋਣਾਂ ਜਿੱਤਣ ਦੀ ਨਹੀਂ, ਧੱਕੇਸ਼ਾਹੀ ਦੀ ਵਧਾਈ ਦਿੱਤੀ ਜਾ ਸਕਦੀ ਹੈ। ਉਹ ਦੇਣ ਦੀ ਲੋੜ ਨਹੀਂ, ਇਮਰਾਨ ਖਾਨ ਨੇ ਆਪੇ ਹੀ ਆਪਣੇ ਆਪ ਨੂੰ ਦੇ ਲੈਣੀ ਹੈ। ਪੰਜ ਸੌ ਸਮਾਂ ਫਿਰ ਜਾਣ ਦਾ ਆ ਗਿਆ। ਬਹੁਤ ਬਹੁਤ ਧੰਨਵਾਦ, ਤੁਸੀਂ ਖਬਰਾਂ ਤੇ ਚਰਚਾ ਕੀਤੀ ਹੈ। ਸੋ ਕੱਲ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਦੇ ਨਾਲ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।